ਹੈਲੋ ਸਟੂਡੈਂਟਸ, ਕੰਪਿਊਟਰ ਸਿਸਟਮ ਆਰਕੀਟੈਕਚਰ ਦੇ ਅੱਜ ਨੈਕਸਟ ਲੈਕਚਰ 'ਚ ਆਪਾਂ ਦੇਖਾਂਗੇ ਮੋਡਸ ਆਫ ਡਾਟਾ ਟ੍ਰਾਂਸਫਰ। ਲਾਸਟ ਲੈਕਚਰ 'ਚ ਆਪਾਂ ਦੇਖਿਆ ਸੀ ਕਿ ਇਨਪੁਟ ਆਊਟਪੁੱਟ ਆਰਗੇਨਾਈਜੇਸ਼ਨ ਕੀ ਹੁੰਦੀ ਹੈ ਤੇ ਇਨਪੁਟ ਆਊਟਪੁੱਟ ਇੰਟਰਫੇਸ ਤੇ ਆਪਾਂ ਉਹਦੇ 'ਚ ਡਾਟਾ ਟ੍ਰਾਂਸਫਰ ਕਿਵੇਂ ਕਰ ਸਕਦੇ ਹਾਂ। ਸੋ ਅੱਜ ਆਪਾਂ ਦੇਖਾਂਗੇ ਕਿ ਡਾਟਾ ਟ੍ਰਾਂਸਫਰ ਦੇ ਕਿਹੜੇ-ਕਿਹੜੇ ਮੋਡ ਹੋ ਸਕਦੇ ਨੇ। ਸੋ ਡਾਟਾ ਟ੍ਰਾਂਸਫਰ ਬਿਟਵੀਨ ਸੈਂਟਰਲ ਕੰਪਿਊਟਰ ਐਂਡ ਆਈਓ ਡਿਵਾਈਸ may be handled in a variety of ways। ਸੋ ਆਪਾਂ ਉਹ ਜੋ ਡਾਟਾ ਟ੍ਰਾਂਸਫਰ ਹੈ ਉਹ ਅਲੱਗ-ਅਲੱਗ ਵੇਜ਼ 'ਚ ਕਰ ਸਕਦੇ ਹਾਂ, ਉਹਨਾਂ ਨੂੰ ਆਪਾਂ ਬੋਲਦੇ ਹਾਂ ਡਾਟਾ ਟ੍ਰਾਂਸਫਰ ਮੋਡ। Some mode use the CPU as the intermediate path, others transfer the data directly to and from the memory unit। ਸੋ ਕੁਝ ਕੁ ਟ੍ਰਾਂਸਫਰ ਜਿਹੜੇ ਕਿ ਜਿੱਦਾਂ ਕਿ ਪ੍ਰੋਗਰਾਮਡ ਆਈਓ ਹੈ ਤੇ ਇੰਟਰਪਟ ਇਨੀਸ਼ੀਏਟਡ ਆਈਓ ਹੈ, ਇਹਨਾਂ ਦੇ ਵਿੱਚ ਆਪਾਂ CPU ਨੂੰ ਐਜ਼ ਏ ਸੈਂਟਰਲ ਯੂਨਿਟ ਮੰਨ ਕੇ ਚੱਲਾਂਗੇ, ਯਾਨੀ ਕਿ CPU ਉਹਨਾਂ ਦੇ ਇੰਟਰਮੀਡੀਏਟਲੀ ਕੰਮ ਕਰੇਗਾ ਤੇ ਜਿਹੜਾ ਡਾਇਰੈਕਟ ਮੈਮਰੀ ਐਕਸੈਸ ਹੈ ਉਹਦੇ ਵਿੱਚ ਆਪਾਂ ਡਾਟਾ ਡਾਇਰੈਕਟਲੀ ਟ੍ਰਾਂਸਫਰ ਕਰਾਂਗੇ ਮੈਮਰੀ ਦੇ ਵਿੱਚ ਤੇ ਇਨਪੁਟ ਆਊਟਪੁੱਟ ਡਿਵਾਈਸਿਸ 'ਚ। ਸੋ ਡਾਟਾ ਟ੍ਰਾਂਸਫਰ ਟੂ ਐਂਡ ਫਰੋਮ ਪੈਰੀਫਰਲ ਮੇ ਬੀ ਡਨ ਇਨ ਈਦਰ ਆਫ 3 ਪੋਸੀਬਲ ਵੇਜ਼। ਸੋ 3 ਮੈਥਡਸ ਨੇ, 3 ਮੋਡਸ ਨੇ। ਫਰਸਟ ਮੋਡ ਹੈ ਪ੍ਰੋਗਰਾਮਡ ਇਨਪੁਟ ਆਊਟਪੁੱਟ, ਸੈਕੰਡ ਹੈ ਇੰਟਰਪਟ ਇਨੀਸ਼ੀਏਟਡ ਇਨਪੁਟ ਆਊਟਪੁੱਟ ਐਂਡ ਲਾਸਟ ਹੈ ਡਾਇਰੈਕਟ ਮੈਮਰੀ ਐਕਸੈਸ। ਸੋ ਅੱਜ ਆਪਾਂ ਪਹਿਲਾਂ ਫਰਸਟ ਟੂ ਮੈਥਡਸ ਦੇਖਾਂਗੇ, ਪ੍ਰੋਗਰਾਮਡ ਆਈਓ ਐਂਡ ਇੰਟਰਪਟ ਇਨੀਸ਼ੀਏਟਡ ਆਈਓ। ਸੋ ਪ੍ਰੋਗਰਾਮਡ ਆਈਓ ਦੇ ਵਿੱਚ ਕੀ ਹੈ ਕਿ ਆਪਾਂ CPU ਨੂੰ ਐਜ਼ ਏ ਇੰਟਰਮੀਡੀਏਟਰੀ ਪਾਥ ਲੈ ਕੇ ਚੱਲ ਰਹੇ ਹਾਂ। ਇਹਦੇ ਵਿੱਚ ਦੇਖੋ ਕੀ ਹੋਏਗਾ, ਇਟ ਇਜ਼ ਦੀ ਸਿੰਪਲੈਸਟ ਮੈਥਡ ਫॉर ਹੈਂਡਲਿੰਗ ਦੀ ਕਮਿਊਨੀਕੇਸ਼ਨ ਬਿਟਵੀਨ ਦੀ CPU ਐਂਡ ਆਈਓ ਡਿਵਾਈਸ ਇਜ਼ ਪ੍ਰੋਗਰਾਮਡ ਆਈਓ। ਸੋ ਪ੍ਰੋਗਰਾਮਡ ਆਈਓ, ਪ੍ਰੋਗਰਾਮਡ ਇਨਪੁਟ ਆਊਟਪੁੱਟ ਹੈ ਜਿਹੜਾ ਸਭ ਤੋਂ ਸਿੰਪਲੈਸਟ ਮੈਥਡ ਹੈ। In this technique, the CPU is responsible for all the communication with the I/O devices। So ਇਹਦੇ ਵਿੱਚ ਸਭ ਤੋਂ ਮੇਨ ਜਿਹੜਾ ਰਿਸਪੌਂਸਿਬਿਲਿਟੀ ਕਿਹਦੀ ਹੋਏਗੀ, CPU ਦੀ। CPU executes instruction to control the attached devices to transfer data। CPU ਕੁਝ instructions ਨੂੰ execute ਕਰਦਾ ਹੈ ਤਾਂ ਕਿ ਉਹ ਜਿਹੜੀਆਂ devices ਨੂੰ ਹੈ control ਕਰ ਸਕੇ। ਯਾਨੀ ਕਿ ਇਹਦੇ ਵਿੱਚ ਮੇਨ ਰਿਸਪੌਂਸਿਬਿਲਿਟੀ ਸਾਰਾ ਕੰਟਰੋਲ ਕਿਹਦੇ ਕੋਲ ਹੈ, CPU ਕੋਲ। Example, suppose CPU wants to send the data to a device using programmed IO। Suppose CPU ने कुछ data transfer करना है input output device, then CPU issue an instruction to the appropriate input output module belonging to that device। ਆਪਾਂ ਨੂੰ ਪਤਾ ਹੈ ਕਿ ਹਰ ਇੱਕ ਡਿਵਾਈਸ ਦਾ ਆਪਣਾ ਇੱਕ ਅਲੱਗ ਤੋਂ ਇਨਪੁਟ ਆਊਟਪੁੱਟ ਮੋਡਿਊਲ ਹੁੰਦਾ ਹੈ, ਅਲੱਗ ਤੋਂ ਆਈਓ ਇੰਟਰਫੇਸ ਹੁੰਦਾ ਹੈ। ਤਾਂ CPU ਕੀ ਕਰਦਾ ਹੈ, ਪਹਿਲਾਂ ਉਹਨੂੰ ਇੱਕ ਇਨਸਟਰਕਸ਼ਨ ਇਸ਼ੂ ਕਰਦਾ ਹੈ ਕਿ ਡਾਟਾ ਟ੍ਰਾਂਸਫਰ ਕਰਨੀ ਹੈ। then CPU has to wait until the module responds। ਯਾਨੀ ਕਿ ਅਗਰ ਹੋ ਸਕਦਾ ਹੈ ਆਈਓ ਮੋਡਿਊਲ ਜਾਂ ਆਈਓ ਡਿਵਾਈਸ ਉਹ ਜਿਹੜੀ ਬਿਜ਼ੀ ਹੋ ਸਕਦੀ ਹੈ, ਤਾਂ ਇੱਥੇ ਕੀ ਹੈ, CPU ਨੂੰ ਉਦੋਂ ਤੱਕ ਵੇਟ ਕਰਨਾ ਪੈਂਦਾ ਜਦੋਂ ਤੱਕ ਉਹ ਮੋਡਿਊਲ ਰਿਸਪੌਂਡ ਨਹੀਂ ਕਰਦਾ। ਸੋ then CPU will send the data। ਸੋ ਜਦੋਂ ਉਹ ਰਿਸਪੌਂਡ ਕਰ ਦਿੰਦਾ ਹੈ, ਜਦੋਂ ਰੈਡੀ ਹੈ ਡਿਵਾਈਸ, then ਉਸ ਤੋਂ ਬਾਅਦ CPU ਕੀ ਕਰੇਗਾ, ਡਾਟਾ ਨੂੰ ਸੈਂਡ ਕਰੇਗਾ। ਇਹਦੇ 'ਚ ਕੀ ਹੈ ਕਿ CPU ਕਨਸਟੈਂਟਲੀ ਉਹਨੂੰ ਦੇਖਦਾ ਰਹਿੰਦਾ ਹੈ ਕਿ ਕਦੋਂ ਡਿਵਾਈਸ ਫ੍ਰੀ ਹੋ ਰਹੀ ਹੈ, ਯਾਨੀ ਕਿ ਪ੍ਰੋਪਰਲੀ ਉਹਨੂੰ ਮੋਨੀਟਰ ਕਰਦਾ ਰਹਿੰਦਾ ਹੈ। So generally IO devices are slower than the CPU। So IO devices normally slow ਹੁੰਦੀਆਂ ਨੇ। That means CPU has to wait until data transfer is complete। So basically ਇਹਦੇ ਵਿੱਚ ਕੀ ਹੈ ਕਿ CPU ਨੂੰ ਵੇਟ ਕਰਨਾ ਪੈਂਦਾ ਹੈ ਕਿ ਜਦੋਂ ਤੱਕ ਜੋ ਵੀ ਡਾਟਾ ਟ੍ਰਾਂਸਫਰ ਹੈ ਕੰਪਲੀਟ ਨਹੀਂ ਹੋ ਜਾਂਦੀ। So programmed IO operations are the result of IO instructions written in computer program। ਸੋ ਪ੍ਰੋਗਰਾਮਡ ਆਈਓ ਆਪਾਂ ਇਹਨੂੰ ਇਸੀ ਕਰਕੇ ਬੋਲਦੇ ਹਾਂ ਕਿਉਂਕਿ ਇਹਦੇ 'ਚ ਜੋ ਵੀ ਆਪਰੇਸ਼ਨ ਪਰਫਾਰਮ ਹੋ ਰਹੇ ਹੈ, ਜੋ ਵੀ ਡਾਟਾ ਟ੍ਰਾਂਸਫਰ ਹੋ ਰਹੀ ਹੈ, ਉਹ ਕਿਹਦੇ ਥਰੂ ਹੋ ਰਹੀ ਹੈ, ਜੋ ਵੀ ਆਪਾਂ ਆਈਓ ਇੰਸਟਰਕਸ਼ਨਸ ਲਿਖਦੇ ਹਾਂ ਆਪਣੇ ਪ੍ਰੋਗਰਾਮਸ ਦੇ ਵਿੱਚ। ਜਿੱਦਾਂ ਤੁਸੀਂ C ਜਾਂ C++ ਲੈਂਗੁਏਜ 'ਚ ਲਿਖਦੇ ਹੋ C in C out। C ਲੈਂਗੁਏਜ 'ਚ ਆਪਾਂ scanf ਤੇ printf ਯੂਜ਼ ਕਰਦੇ ਹਾਂ। ਸੋ ਇਹਦੇ ਵਿੱਚ ਉਹ ਪ੍ਰੋਗਰਾਮਡ ਇਨਪੁਟ ਆਊਟਪੁੱਟ ਦੀ ਐਗਜ਼ਾਮਪਲ ਹੈ। Each data transfer is initiated by the instruction in the program। ਜੋ ਵੀ ਡਾਟਾ ਟ੍ਰਾਂਸਫਰ ਹੈ ਉਹ ਕਿੱਥੋਂ ਸਟਾਰਟ ਹੁੰਦੀ ਹੈ, ਜੋ ਆਪਾਂ ਪ੍ਰੋਗਰਾਮ 'ਚ ਇੰਸਟਰਕਸ਼ਨ ਲਿਖਦੇ ਹਾਂ। Transferring data under programmed control requires a constant monitoring of the peripheral by the CPU। ਇਹ ਲਾਈਨ ਸਭ ਤੋਂ ਇੰਪੋਰਟੈਂਟ ਹੈ ਕਿ ਜੋ ਵੀ ਡਾਟਾ ਟ੍ਰਾਂਸਫਰ ਹੋ ਰਿਹਾ ਹੈ ਉਹਦੇ ਵਿੱਚ ਪ੍ਰੋਪਰਲੀ ਜਿਹੜੀ ਡਿਵਾਈਸ ਹੈ ਉਹਦੀ ਮੋਨੀਟਰਿੰਗ ਜ਼ਰੂਰੀ ਹੈ ਤੇ ਉਹ ਮੋਨੀਟਰਿੰਗ ਕੌਣ ਕਰ ਰਿਹਾ ਹੈ, CPU। ਯਾਨੀ ਕਿ CPU ਕਨਸਟੈਂਟਲੀ ਚੈੱਕ ਕਰਦਾ ਰਹਿੰਦਾ ਹੈ ਕਿ ਡਿਵਾਈਸ ਰੈਡੀ ਹੈ ਜਾਂ ਬਿਜ਼ੀ ਹੈ, ਕਦੋਂ ਉਹ ਡਿਵਾਈਸ ਡਾਟਾ ਸੈਂਡ ਕਰ ਰਹੀ ਹੈ, ਦੈਨ CPU ਉਹਨੂੰ ਪ੍ਰੋਪਰਲੀ ਕੰਟਰੋਲ ਕਰਦਾ ਰਹਿੰਦਾ ਹੈ। So once a data transfer initiated, the CPU is required to monitor the interface to see when a transfer can again be made। So ਇੱਕ ਵਾਰੀ ਆਪਾਂ ਡਾਟਾ ਟ੍ਰਾਂਸਫਰ ਸਟਾਰਟ ਹੋ ਗਈ, ਦੈਨ ਉਸ ਤੋਂ ਬਾਅਦ ਯਾਨੀ ਕਿ ਇੱਕ ਵਾਰੀ ਜੋ ਹੈ ਪ੍ਰੋਸੈਸ ਸਟਾਰਟ ਹੋ ਗਿਆ, ਇਨੀਸ਼ੀਏਟ ਹੋ ਗਿਆ, ਉਸ ਤੋਂ ਬਾਅਦ CPU ਪ੍ਰੋਪਰਲੀ ਉਹਨੂੰ ਮੋਨੀਟਰ ਕਰਦਾ ਰਹਿੰਦਾ ਹੈ, ਕਨਸਟੈਂਟਲੀ ਮੋਨੀਟਰ ਕਰਦਾ ਰਹਿੰਦਾ ਇੰਟਰਫੇਸ ਨੂੰ ਕਿ ਕਦੋਂ ਆਪਾਂ ਡਾਟਾ ਟ੍ਰਾਂਸਫਰ ਐਕਚੁਅਲ 'ਚ ਕਰ ਸਕਦੇ ਹਾਂ।
क्योंकि वर्ड बाय वर्ड डाटा ट्रांसफर होंदी है। सो हर एक वर्ड तो बाद हर एक जो ब्लॉक है उस तो बाद CPU नाल दी नाल चैक करता है कि डिवाइस हुण दोबारा रेडी है। अगर रेडी है तो दोबारा ट्रांसफर हो सकती है, अदरवाइज उदों तक CPU नूं वेट करना पैंदा है। सो देखो ये ब्लॉक डायग्राम अगर देखिए आपां, सो सब तो पहला की करता है CPU इशू ए रीड और राइट कमांड टू IO मॉड्यूल। अगर रीड करना है तो रीड कमांड जनरेट होएगी, अगर राइट करना है तो राइट कमांड जनरेट होएगी। सो CPU की करता IO मॉड्यूल नूं एक रीड और राइट कमांड जनरेट इशू करता है। देन IO मॉड्यूल इनफॉर्म अबाउट इट्स स्टेटस टू CPU। IO मॉड्यूल नाल दी नाल ही अपना स्टेटस शो करती है। हो सकता IO डिवाइस बिजी होवे, हो सकता वो रेडी होवे, या हो सकता कोई एरर भी आ सकती है। अगर बिजी है देन फिर CPU नूं पता लग जाता कि डिवाइस अजे बिजी है। देन CPU फिर दोबारा तो थोड़ी टाइम बाद 1 सेकंड 2 सेकंड बाद हो सकता वो कितना भी टाइम हो सकता है तो CPU दोबारा फिर डिवाइस नूं चैक करता है। यानी कि CPU बार बार की करता है डिवाइस नूं चैक करता रहता है, मोनीटर करता रहता है कि कदों डिवाइस रेडी होएगी। डिवाइस हो सकता बिजी होवे तो CPU उन्ना टाइम उन्होंने बार बार चैक करता रहता है थोड़े थोड़े टाइम च। ते जदों डिवाइस रेडी हो जाती है, सो स्टेटस व्हेन इट इज रेडी, जदों रेडी है देन CPU रीड वर्ड फ्रॉम IO मॉड्यूल एंड राइट इट इन दी मेमोरी। सो अगर CPU ने इनपुट की कमांड दी है तो CPU की करूगा, रीड कर लूगा वर्ड्स ते अपने मेमोरी च राइट करूगा। अगर आउटपुट की कमांड है देन CPU रीड वर्ड फ्रॉम दी मेमोरी एंड राइट इट टू IO मॉड्यूल। सो CPU की करता है अकॉर्डिंगली इनपुट और आउटपुट परफॉर्म करता है। उस तो बाद देखता है फिर इस ब्लॉक ट्रांसफर कंप्लीट। हो सकता है एक ब्लॉक के मल्टीपल वर्ड्स होन, क्योंकि ये जी डाटा ट्रांसफर है वो वर्ड बाय वर्ड हो रही है। एक ब्लॉक के हो सकता है 10 वर्ड्स होन, एक ब्लॉक के हो सकता है 50 वर्ड्स होन। सो 1 बाय 1 ब्लॉक डाटा ट्रांसफर होएगी, 1 बाय 1 वर्ड बाय वर्ड डाटा ट्रांसफर होएगी। सो एक वर्ड डाटा ट्रांसफर करता, फिर उस तो बाद ऊपर गए, फिर सारा प्रोसैस दोबारा होएगा, फिर सैकेंड वर्ड, देन थर्ड वर्ड, फोर्थ वर्ड एंड सो ऑन। सो जो तक पूरा ब्लॉक कंप्लीट नहीं हो जाता ये प्रोसैस इदा ही चलता रहेगा। तो CPU कॉन्सटेंटली इनू मोनीटर करता रहेगा कि कदों डिवाइस बिजी है तो कदों डिवाइस रेडी है। जो तक रेडी नहीं होएगा उदों तक आप डाटा ट्रांसफर नहीं कर सकते, जो रेडी है उस तो बाद ही डाटा ट्रांसफर होएगा। सो यदि डिसएडवांटेज की है मेन, इट इज यूज्ड इन स्मॉल एंड लो स्पीड कंप्यूटर्स और इन ए सिस्टम दैट आर डेडिकेटेड टू मोनीटर ए डिवाइस कंटिन्यूअसली। सो ये नॉर्मली छोटे कंप्यूटर्स ਦੇ ਵਿੱਚ ਤੇ ਜਿੱਥੇ लो स्पीड कंप्यूटर ਹੁੰਦੇ ਨੇ ਉੱਥੇ ਜ਼ਿਆਦਾ ਯੂਜ਼ ਹੁੰਦੀ ਹੈ। The difference in information rate transfer rate between the CPU and IO device makes this type of transfer inefficient, क्योंकि दोनों ਦੇ ट्रांसफर रेट ਦੇ ਵਿੱਚ ਕਾਫੀ डिफरेंस ਹੁੰਦਾ ਹੈ CPU ਤੇ IO devices ਦੇ। In this case CPU constantly monitoring the flag bit to know when it is ready to transfer data। ਸੋ ਇਹਦੇ ਵਿੱਚ ਕੀ ਹੈ CPU constantly ਇਹਨੂੰ ਮੋਨੀਟਰ ਕਰਦਾ ਰਹਿੰਦਾ ਹੈ कि कदों डिवाइस रेडी होएगी। सो इट वेट्स टू लोड प्रोसैसिंग पावर ऑफ CPU। से यदि मेन डिसएडवांटेज है कि CPU कंटिन्यूअसली डिवाइस नूं मोनीटर करता रहता है। हो सकता है डिवाइस 1 घंटे वास्ते बिजी होवे तो CPU 1 घंटे दे विच भी लगातार उन्होंने मोनीटर करता रहेगा कि कदों तक वो डिवाइस बिजी है तो कदों वो डिवाइस फ्री होएगी। सो जदों डिवाइस फ्री होएगी नाल दी नाल फिर CPU डाटा ट्रांसफर कर सकता है, बट उन्ना टाइम वो कंटिन्यूअसली उन्होंने मोनीटर करता रहेगा। सो ये CPU का काफ़ी टाइम वेस्ट हो रहा है तो काफ़ी वो प्रोसैसिंग पावर भी वेस्ट हो रही है। ये सी प्रोग्राम्ड इनपुट आउटपुट। सैकेंड मैथड है इंटरप्ट इनिशिएटेड IO। सो इंटरप्ट के की होएगा, हुण देखो फर्स्ट जी टाइप की वो डिसएडवांटेज की है कि CPU कंटिन्यूअसली डिवाइस नूं मोनीटर करता रहता है। हो सकता है डिवाइस 1 घंटे वास्ते बिजी हो या 10 मिनट वास्ते बिजी हो। तो इंटरप्ट इनिशिएटेड की है CPU एक बारी डिवाइस नूं या IO मॉड्यूल नूं कमांड जनरेट कर देगा, कमांड इशू कर देगा रीड और राइट दी। उस तो बाद CPU अपना काम करन लग जाएगा। दैन जदों ही डिवाइस रेडी होएगी डिवाइस फिर CPU ने इन्फॉर्म करेगी कि दैट आई एम रेडी। उस तो बाद फिर CPU ट्रांसफर कर सकता है डाटा। यानी कि ये CPU कंटिन्यूअसली डिवाइस की वेट नहीं करेगा, CPU एक बारी कमांड इशू करके अपना काम कर सकता है। सो देखो इंटरप्ट्स आर सिग्नल्स दैट कॉजेज द कंप्यूटर सेंट्रल प्रोसेसिंग यूनिट टू सस्पेंड व्हाट इज डूइंग एंड ट्रांसफर टू ए स्पेशल प्रोग्राम कॉल्ड एन इंटरप्ट हैंडलर। सो इंटरप्ट की होंगे ने, इंटरप्ट होर कुछ नहीं सिंपल एक सिग्नल होंगे। सो कंप्यूटर लैंग्वेज जो सिग्नल्स नूं आपां की बोलते हैं इंटरप्ट बोलते हैं। वो की करते हैं कि CPU ने एक बारी फोर्स करते हैं कि वो अपना काम छड्ड के पहला वो इंटरप्ट नूं हैंडल करन। वो इंटरप्ट कोई भी तरह की हो सकती है। इंटरप्ट होर कुछ नहीं जस्ट एक सिग्नल है।
The interrupt handler is responsible for determining the cause of interrupt. Interrupt handler ने की करना है, सब तो पहला देखना है कि interrupt ਦਾ cause ਕੀ ਹੈ, ਉਹਦਾ ਕਾਰਨ ਕੀ ਹੈ, ਕਿਉਂ interrupt ਆਈ ਹੈ, ਕਿ ਉਹ signal ਕਿਉਂ ਆਇਆ ਹੈ. Then servicing the interrupt, ਉਹ interrupt ਨੂੰ service ਕਰਨਾ, यानी कि वो इंटरप्ट ਦਾ ਜੋ ਵੀ purpose ਹੈ ਉਹਨੂੰ execute ਕਰਨਾ, and later returning the control to the point from where the interrupt was caused. ਤੇ ਉਸ ਤੋਂ ਬਾਅਦ ਦੁਬਾਰਾ ਹੀ ਆਪਣਾ ਜਿਹੜਾ ਪੁਆਇੰਟਰ ਹੈ ਦੁਬਾਰਾ ਆਪਣਾ ਕੰਟਰੋਲ ਹੈ ਉੱਥੇ ਰਿਟਰਨ ਕਰੇਗਾ ਜਿੱਥੋਂ ਦੀ ਉਹ ਇੰਟਰਪਟ ਆਈ ਸੀ. So interrupts are typically caused by events external to CPU that require immediate attention, such as completion of an IO process. ਹੋ ਸਕਦਾ ਆਪਾਂ in between ਕੋਈ ਵੀ ਸਪੋਜ਼ ਤੁਸੀਂ ਕੋਈ ਗੇਮ ਖੇਡ ਰਹੇ ਹੋ, ਇੱਕਦਮ ਉੱਥੇ ਕੋਈ ਇਨਪੁਟ ਦੀ ਰਿਕੁਆਇਰਡ ਹੈ ਜਾਂ ਇੱਕਦਮ ਕੋਈ ਆਊਟਪੁੱਟ ਦੀ ਰਿਕੁਆਇਰਡ ਹੈ, ਤਾਂ ਉੱਥੇ ਕੀ ਹੋਏਗੀ, ਇੰਟਰਪਟ ਆਪਾਂ ਜਨਰੇਟ ਕਰ ਸਕਦੇ ਹਾਂ. डिटेक्शन ऑफ हार्डवेयर फेलियर, हो सकता अपना काम कर रहे हैं कंप्यूटर के उत्ते इन बिटवीन कोई हार्डवेयर फेलियर हो गया है, उत्थे भी इंटरप्ट होएगी. या फिर कैटास्ट्रोफ्स होंदा है, कोई पावर फेलियर हो गई या कोई होर तरह की फेलियर हो गई, उन्हां नूं हैंडल करना. सो ये सारियां इंटरप्ट्स दियां टाइप्स हो सकदियां ने. सो दी टेक्नीक ऑफ इंटरप्ट इनिशिएटेड सजेस्ट टू रिड्यूस द वेटिंग बाय CPU इन इंटरप्ट ड्रिवन इनपुट आउटपुट. सो ये बेसिकली की है कि आप CPU का वेटिंग टाइम रिड्यूस कर रहे हैं इंटरप्ट इनिशिएटर, क्योंकि पहला की हुंदा सी, पहला CPU कंटिन्यूसली वेट करता रहिंदा सी जो तक डिवाइस रेडी नहीं हुंदी, बट ये आप वेटिंग टाइम है रिड्यूस करांगे. वो किवें आप अगे देखते हैं. सो पहला देखते हैं टाइप्स ऑफ इंटरप्ट्स किहड़ियां-किहड़ियां हुंदियां ने. द CPU मस्ट बी विलिंग टू हैंडल द इंटरप्ट. सो एन इंटरप्ट हैंडलर इज एग्जीक्यूटेड टू हैंडल द इंटरप्ट. इंटरप्ट हैंडलर की करता है, इंटरप्ट नूं हैंडल करता है, यानी कि इंटरप्ट नूं प्रॉपरली एग्जीक्यूट करता है, इंटरप्ट का कारण देख के कि वो सिग्नल किदां दा है ते उहदे उत्ते की एक्शन परफॉर्म करता है. सो CPU सेव्स द प्रोग्राम काउंटर so that it can return to where it is left off after serving the interrupt. CPU एक प्रोग्राम काउंटर, अपन पता है प्रोग्राम काउंटर की हुंदा है कि जो भी करंटली इंस्ट्रक्शन एग्जीक्यूट हो रही है ਉਹਦਾ ਐਡਰੈਸ ਸਟੋਰ ਕਰਦਾ ਹੈ. ਸੋ CPU ਉਹਨੂੰ ਸੇਵ ਕਰ ਲੈਂਦਾ ਹੈ ਤਾਂ ਕਿ ਦੁਬਾਰਾ ਉਹ ਉੱਥੇ ਹੀ ਆ ਕੇ ਆਪਣੀ ਐਗਜ਼ੀਕਿਊਸ਼ਨ ਹੈ ਜੋ ਰਿਜ਼ਿਊਮ ਕਰ ਸਕੇ. ਟੂ ਸਰਵ ਐਨ ਇੰਟਰਪਟ CPU ਗੈਟਸ ਦੀ ਐਡਰੈਸ ਆਫ ਇੰਟਰਪਟ ਹੈਂਡਲਰ. ਸੋ देयर आर 3 टाइप्स ऑफ इंटरप्ट्स. 3 ਤਰ੍ਹਾਂ ਦੇ ਇੰਟਰਪਟ ਹੋ ਸਕਦੇ ਨੇ, ਐਕਸਟਰਨਲ, ਇੰਟਰਨਲ ਐਂਡ ਸੌਫਟਵੇਅਰ ਇੰਟਰਪਟਸ. ਸੋ ਐਕਸਟਰਨਲ ਕੀ ਹੁੰਦੇ ਨੇ? This type of interrupt allows interaction of CPU and IO devices. यानी कि ਇਹਦੇ ਵਿੱਚ ਕੀ ਹੈ, CPU अपने तो एक्सटर्नल डिवाइसिस नाल इंटरैक्ट कर सकता है जो कि इनपुट आउटपुट डिवाइसिस होंदियां ने. इंटरनल की होगा, दिस टाइप ऑफ इंटरप्ट इज इंटरनल टू CPU. ये CPU के अंदर ही होंदियां ने इंटरनल इंटरप्ट्स, जिदा कि कोई क्लॉक की इंटरप्ट आ गई है या डिवाइड बाय जीरो हो गया है. अपने प्रोग्राम च जो भी कोई डिवाइड बाय जीरो होंदा है तो की एक एरर होंदी है, तो उत्थे एक इंटरप्ट जनरेट होंदी है, अपना प्रोग्राम उत्थे ही खत्म, उत्थे एक बारी अबॉर्ट हो जाता है. So next is software interrupts. This type of interrupt is generated by program interrupt instruction in the CPU. अपने प्रोग्राम ਦੇ ਵਿੱਚ ਵੀ ਆਪਾਂ ਕੋਈ ਇਨਸਟਰਕਸ਼ਨ ਇਦਾਂ ਦੀ ਲਿਖ ਸਕਦੇ ਹਾਂ ਜਿਹਦੇ ਥਰੂ ਆਪਾਂ ਇੰਟਰਪਟ ਜਨਰੇਟ ਕਰ ਸਕਦੇ ਹਾਂ. ਇੰਟਰਪਟ ਹੋਰ ਕੁਝ ਨਹੀਂ ਹੁੰਦਾ, ਜਸਟ ਇੱਕ ਸਿਗਨਲ ਹੁੰਦਾ ਹੈ CPU ਲਈ ਕਿ ਆਪਣਾ ਇੱਕ ਵਾਰੀ ਕੰਮ ਛੱਡ ਕੇ ਪਹਿਲਾਂ ਉਹ ਇੰਟਰਪਟ ਨੂੰ, ਪਹਿਲਾਂ ਉਹ ਵਾਲੇ ਸਿਗਨਲ ਨੂੰ ਹੈਂਡਲ ਕਰੇ. So advantage of interrupts ਕੀ ਨੇ? Interrupts are used to ensure good service response to the events. ਸੋ ਇਨ ਬਿਟਵੀਨ ਆਪਾਂ ਕੋਈ ਕੰਮ ਕਰ ਰਹੇ ਹਾਂ ਕੰਪਿਊਟਰ ਦੇ ਵਿੱਚ, ਉੱਥੇ ਹੋ ਸਕਦਾ ਇਨ ਬਿਟਵੀਨ ਕੋਈ ਇਵੈਂਟ ਜਨਰੇਟ ਹੋਇਆ ਹੈ, ਕੋਈ ਇੰਟਰਪਟ ਜਨਰੇਟ ਹੋਈ ਹੈ, ਤਾਂ ਆਪਾਂ ਪਹਿਲਾਂ ਉਹਨੂੰ ਸਰਵਿਸ ਪ੍ਰੋਵਾਈਡ ਕਰਨੀ ਹੈ. ਸੋ ਇਸ ਕਰਕੇ ਆਪਾਂ ਇਹਨਾਂ ਨੂੰ ਇੰਟਰਪਟਸ ਨੂੰ ਯੂਜ਼ ਕਰਦੇ ਹਾਂ. ਦੀ ਯੂਜ਼ ਆਫ ਇੰਟਰਪਟਸ ਗਰੰਟੀਜ਼ ਦੈਟ the processor will respond to the requested service within a specified time period. ਸੋ ਇੰਟਰਪਟ ਦਾ ਮਤਲਬ ਇਹੀ ਹੁੰਦਾ ਹੈ ਕਿ CPU ਸਭ ਤੋਂ ਪਹਿਲਾਂ ਉਹ ਇੰਟਰਪਟ ਨੂੰ ਹੈਂਡਲ ਕਰੇਗਾ, ਪਹਿਲਾਂ ਉਹ ਇੰਟਰਪਟ ਨੂੰ ਸਰਵਿਸ ਪ੍ਰੋਵਾਈਡ ਕਰੇਗਾ, ਜੋ ਵੀ ਕੰਮ ਚੱਲ ਰਿਹਾ ਪਹਿਲਾਂ ਉਹਨੂੰ ਇੱਕ ਵਾਰੀ ਸਸਪੈਂਡ ਕਰ ਦੇਗਾ. ਸੋ ਇੰਟਰਪਟ ਕੈਨ ਬੀ ਯੂਜ਼ਡ ਇਨ ਦੀ ਫੋਲੋਇੰਗ ਸਿਚੁਏਸ਼ਨ. ਅਲੱਗ-ਅਲੱਗ ਤਰ੍ਹਾਂ ਦੀ ਸਿਚੁਏਸ਼ਨਸ 'ਚ ਆਪਾਂ ਇੰਟਰਪਟਸ ਨੂੰ ਯੂਜ਼ ਕਰ ਸਕਦੇ ਹਾਂ. ਇਨਪੁਟ ਆਊਟਪੁੱਟ ਡਾਟਾ ਟ੍ਰਾਂਸਫਰ ਫॉर ਪੈਰੀਫेरल ਡਿਵਾਈਸਿਸ, ਇੱਕਦਮ ਆਪਾਂ ਨੂੰ ਕੋਈ ਇਨਪੁਟ ਆਊਟਪੁੱਟ ਦੀ ਜ਼ਰੂਰਤ ਹੈ ਉੱਥੇ ਯੂਜ਼ ਕਰ ਸਕਦੇ ਹਾਂ. ਇਨਪੁਟ ਸਿਗਨਲ ਯੂਜ਼ਡ ਫॉर ਟਾਈਮਿੰਗ ਪਰਪਸ, ਕੋਈ ਟਾਈਮਿੰਗ ਪਰਪਸ ਲਈ ਆਪਾਂ ਇਨਪੁਟ ਸਿਗਨਲ ਯੂਜ਼ ਕਰ ਰਹੇ ਹਾਂ. ਐਮਰਜੈਂਸੀ ਸਿਚੁਏਸ਼ਨ ਲਾਈਕ ਪਾਵਰ ਫੇਲੀਅਰ, ਉੱਥੇ ਵੀ ਇੰਟਰਪਟ ਯੂਜ਼ ਕਰ ਸਕਦੇ ਹਾਂ. ਸੋ ਰੀਅਲ ਟਾਈਮ ਰਿਸਪੌਂਸ ਐਪਲੀਕੇਸ਼ਨ ਐਂਡ ਇਨ ਮਲਟੀਟਾਸਕਿੰਗ ਸਿਸਟਮ, ਸੋ ਇਹਨਾਂ ਸਿਸਟਮ 'ਚ ਵੀ ਆਪਾਂ ਇੰਟਰਪਟ ਨੂੰ ਯੂਜ਼ ਕਰ ਸਕਦੇ ਹਾਂ. ਔਰ ਇਵੈਂਟ ਡਰਿਵਨ ਪ੍ਰੋਗਰਾਮਸ, ਸੋ ਇੱਦਾਂ ਦੇ ਪ੍ਰੋਗਰਾਮਸ ਵੀ ਹੁੰਦੇ ਨੇ ਜਿੱਥੇ ਇਵੈਂਟ ਡਰਿਵਨ ਪ੍ਰੋਗਰਾਮਿੰਗ ਹੁੰਦੀ ਹੈ, ਸੋ ਉੱਥੇ ਵੀ ਆਪਾਂ ਇੰਟਰਪਟਸ ਨੂੰ ਯੂਜ਼ ਕਰ ਸਕਦੇ ਹਾਂ. ਸੋ ਹੁਣ ਮੇਨ ਗੱਲ ਕਰਦੇ ਹਾਂ ਕਿ ਇੰਟਰਪਟ ਇਨੀਸ਼ੀਏਟਡ ਡਾਟਾ ਟ੍ਰਾਂਸਫਰ ਦੇ ਵਿੱਚ ਕੀ ਹੁੰਦਾ ਹੈ. ਇਹ ਇੱਕ ਸੈਪਰੇਟ ਟੌਪਿਕ ਵੀ ਹੋ ਸਕਦਾ ਹੈ, ਸ਼ਾਰਟ ਕੁਐਸਚਨ ਵੀ ਹੋ ਸਕਦਾ ਹੈ ਕਿ ਇੰਟਰਪਟ ਕੀ ਹੈ, ਟਾਈਪਸ ਆਫ ਇੰਟਰਪਟ ਕੀ ਨੇ ਤੇ ਉਹਦੀਆਂ ਐਡਵਾਂਟੇਜ ਕੀ ਨੇ. ਬਟ ਇੰਟਰਪਟ ਇਨੀਸ਼ੀਏਟਡ ਜੋ ਆਪਾਂ ਮੇਨ ਟੌਪਿਕ ਕਰ ਰਹੇ ਹਾਂ ਡਾਟਾ ਟ੍ਰਾਂਸਫਰ,
ਉਹਦੇ ਵਿੱਚ ਕੀ ਹੋਏਗਾ? ਸੋ ਪਹਿਲਾਂ ਬਲੋਕ ਡਾਇਗਰਾਮ ਸਮਝੋ ਕੀ ਹੈ। CPU ਇਸ਼ੂ ਏ ਰੀਡ ਔਰ ਰਾਈਟ ਕਮਾਂਡ ਟੂ IO ਮੋਡਿਊਲ। ਇੱਥੇ ਸਪੋਜ਼ ਕਰੋ ਇਹ IO ਮੋਡਿਊਲ ਹੈ। CPU ਪਹਿਲਾਂ ਇਹਨੂੰ ਰੀਡ ਔਰ ਰਾਈਟ ਕਮਾਂਡ ਇਸ਼ੂ ਕਰੇਗਾ, ਉਸ ਤੋਂ ਬਾਅਦ CPU ਆਪਣਾ ਕੰਮ ਕਰਨ ਲੱਗ ਜਾਊਗਾ। ਕੋਈ ਵੀ ਜੋ ਉਹਦਾ ਕੰਮ ਚੱਲ ਰਿਹਾ ਹੈ ਉਹ CPU ਆਪਣਾ ਕੰਮ ਕਰ ਸਕਦਾ ਹੈ। ਅਗਰ IO ਮੋਡਿਊਲ ਉਸ ਟਾਈਮ ਤੇ ਬਿਜ਼ੀ ਹੈ ਤਾਂ ਠੀਕ ਹੈ, CPU ਆਪਣਾ ਹੋਰ ਕੋਈ ਕੰਮ ਕਰ ਰਿਹਾ ਹੈ। ਦੈਨ ਜਦੋਂ ਹੀ IO ਮੋਡਿਊਲ ਫ੍ਰੀ ਹੁੰਦਾ ਹੈ, ਜਦੋਂ ਹੀ ਉਹ ਡਿਵਾਈਸ ਫ੍ਰੀ ਹੁੰਦੀ ਹੈ ਤਾਂ IO ਮੋਡਿਊਲ CPU ਨੂੰ ਇੱਕ ਸਿਗਨਲ ਪ੍ਰੋਵਾਈਡ ਕਰੇਗਾ ਜਿਹਨੂੰ ਆਪਾਂ ਬੋਲਾਂਗੇ ਇੰਟਰਪਟ। IO ਮੋਡਿਊਲ CPU ਨੂੰ ਇੱਕ ਇੰਟਰਪਟ ਜਨਰੇਟ ਕਰੇਗਾ ਕਿ ਹੁਣ ਡਿਵਾਈਸ ਰੈਡੀ ਹੈ ਤੇ ਡਾਟਾ ਟ੍ਰਾਂਸਫਰ ਹੋ ਸਕਦੀ ਹੈ। ਸੋ IO ਮੋਡਿਊਲ ਇਨਫੋਰਮ ਅਬਾਊਟ ਇਟਸ ਸਟੇਟਸ ਟੂ CPU। ਸੋ ਜਦੋਂ ਹੀ ਇਹ ਰੈਡੀ ਹੋਏਗਾ IO ਮੋਡਿਊਲ CPU ਨੂੰ ਇਨਫੋਰਮ ਕਰੇਗਾ। ਦੈਨ ਉਸ ਤੋਂ ਬਾਅਦ ਉਹਦਾ ਸਟੇਟਸ ਅਗਰ ਰੈਡੀ ਹੈ, IO ਡਿਵਾਈਸ ਅਗਰ ਰੈਡੀ ਹੈ, then CPU read words from IO module and write it in the memory। ਸੋ CPU ਉਸ ਤੋਂ ਬਾਅਦ ਕੀ ਕਰੇਗਾ? ਜਦੋਂ ਡਿਵਾਈਸ ਰੈਡੀ ਹੋ ਗਈ ਤਾਂ ਉੱਥੋਂ ਦੀ ਵਰਡਸ ਨੂੰ ਰੀਡ ਕਰਕੇ ਆਪਣੀ ਮੈਮਰੀ 'ਚ ਰਾਈਟ ਕਰੇਗਾ, ਜਾਂ ਫਿਰ ਅਗਰ ਆਊਟਪੁੱਟ ਕਮਾਂਡ ਹੈ ਤਾਂ CPU read word from the memory and write it in the IO module। ਸੋ ਸੇਮ ਉਸੇ ਤਰ੍ਹਾਂ ਅਗਰ ਪੂਰਾ ਦਾ ਪੂਰਾ ਬਲੋਕ ਟ੍ਰਾਂਸਫਰ ਹੋ ਚੁੱਕਿਆ ਹੈ ਤਾਂ ਠੀਕ ਹੈ, ਅਦਰਵਾਈਜ਼ ਫਿਰ ਦੁਬਾਰਾ ਤੋਂ ਉਹੀ ਪ੍ਰੋਸੈਸ ਸਟਾਰਟ ਹੋਏਗਾ, ਕਿਉਂਕਿ ਜੋ ਵੀ ਟ੍ਰਾਂਸਫਰ ਹੁੰਦੀ ਹੈ ਉਹ ਹਮੇਸ਼ਾ ਵਰਡ ਬਾਏ ਵਰਡ ਹੋ ਰਹੀ ਹੈ। ਸੋ ਇੱਥੇ ਮੇਨ ਐਡਵਾਂਟੇਜ ਕੀ ਹੈ ਕਿ CPU ਨੇ ਇੱਕ ਵਾਰੀ ਜਦੋਂ ਰੀਡ ਕਮਾਂਡ ਜਾਂ ਰਾਈਟ ਕਮਾਂਡ ਇਸ਼ੂ ਕਰਤੀ, ਉਸ ਤੋਂ ਬਾਅਦ CPU ਆਪਣਾ ਕੰਮ ਕਰ ਰਿਹਾ ਹੈ। ਉਸ ਤੋਂ ਬਾਅਦ ਜਦੋਂ ਹੀ ਡਿਵਾਈਸ ਫ੍ਰੀ ਹੁੰਦੀ ਹੈ ਤਾਂ ਉਹ ਇਨਫੋਰਮ ਕਰੇਗੀ। ਇਨ ਬਿਟਵੀਨ CPU ਕੰਟੀਨਿਊਸਲੀ ਉਹਨੂੰ ਮੋਨੀਟਰ ਨਹੀਂ ਕਰ ਰਿਹਾ, ਜਿੱਦਾਂ ਕਿ ਫਰਸਟ ਕੇਸ 'ਚ ਸੀ। ਉੱਥੇ ਆਪਣਾ ਕਾਫੀ ਟਾਈਮ ਵੇਸਟ ਹੋ ਰਿਹਾ ਸੀ ਕਿ CPU ਕੰਟੀਨਿਊਸਲੀ ਡਿਵਾਈਸ ਨੂੰ ਮੋਨੀਟਰ ਕਰਦਾ ਰਹਿੰਦਾ ਹੈ, ਤੇ ਚਾਹੇ ਡਿਵਾਈਸ ਬਿਜ਼ੀ ਹੈ ਤਾਂ ਵੀ CPU ਉੱਥੇ ਬਿਜ਼ੀ ਰਹਿੰਦਾ ਹੈ। ਸੋ ਦਿਸ ਟੈਕਨੀਕ ਸੁਜੈਸਟ ਟੂ ਰਿਡਿਊਸ ਵੇਟਿੰਗ ਬਾਈ CPU in interrupt driven input output। ਸੋ ਇਹਦੇ ਵਿੱਚ ਆਪਾਂ CPU ਦਾ ਵੇਟਿੰਗ ਟਾਈਮ ਰਿਡਿਊਸ ਕਰ ਰਹੇ ਹਾਂ। CPU issues IO command to IO module and start doing other work। ਸੋ CPU ਕੀ ਕਰਦਾ ਹੈ? ਪਹਿਲਾਂ ਇੱਕ ਕਮਾਂਡ ਇਸ਼ੂ ਕਰ ਦਿੰਦਾ ਹੈ IO module ਨੂੰ ਤੇ ਆਪਣਾ ਦੂਸਰਾ ਕੰਮ ਕਰਨਾ ਸਟਾਰਟ ਕਰ ਦਿੰਦਾ ਹੈ। ਸੋ when IO operation is complete, ਜਦੋਂ IO operation complete ਹੋ ਜਾਂਦਾ ਹੈ ਜਾਂ ਕਹ ਲਓ ਜਦੋਂ ਹੀ ਡਿਵਾਈਸ ਰੈਡੀ ਹੁੰਦੀ ਹੈ, then IO module interrupts CPU by informing the CPU that IO has finished। ਸੋ IO module ਕੀ ਕਰਦੀ ਹੈ? ਫਿਰ CPU ਨੂੰ ਇੰਟਰਪਟ ਜਨਰੇਟ ਕਰਦੀ ਹੈ ਕਿ ਹੁਣ IO ਡਿਵਾਈਸ ਹੈ ਜਿਹੜੀ IO ਜੋ ਵੀ ਇਨਪੁਟ ਜਾਂ ਆਊਟਪੁੱਟ ਹੈ ਉਹ ਹੋ ਚੁੱਕੀ ਹੈ। CPU then may proceed execution of this program। ਸੋ CPU ਉਸ ਤੋਂ ਬਾਅਦ ਆਪਣਾ ਪ੍ਰੋਗਰਾਮ ਦੀ ਐਗਜ਼ੀਕਿਊਸ਼ਨ ਸਟਾਰਟ ਕਰ ਸਕਦਾ ਹੈ। In this technique, CPU is responsible for extracting data from memory for output and storing data in memory for input। ਬਟ ਐਕਚੁਅਲ 'ਚ ਜਿਹੜੀ ਡਾਟਾ ਟ੍ਰਾਂਸਫਰ ਹੋ ਰਹੀ ਹੈ ਉਹਦੇ ਵਾਸਤੇ CPU ਹੀ ਰਿਸਪੌਂਸੀਬਲ ਹੈ, ਮਤਲਬ ਉਹ ਰਿਸਪੌਂਸਿਬਿਲਿਟੀ ਕਿਹਦੀ ਹੈ? CPU ਦੀ। ਜੋ ਐਕਚੁਅਲ 'ਚ ਡਾਟਾ ਟ੍ਰਾਂਸਫਰ ਹੋ ਰਿਹਾ ਹੈ, ਚਾਹੇ ਉਹ ਮੈਮਰੀ ਤੋਂ IO ਡਿਵਾਈਸ 'ਚ ਹੋ ਰਿਹਾ ਹੈ ਜਾਂ IO ਡਿਵਾਈਸ ਤੋਂ ਮੈਮਰੀ 'ਚ ਹੋ ਰਿਹਾ ਹੈ, ਉਹ ਕੌਣ ਲੈ ਕੇ ਆ ਰਿਹਾ ਹੈ? CPU। ਸੋ ਇਹਦੇ ਵਿੱਚ ਇੰਪੋਰਟੈਂਟ ਫੈਕਟਰ ਹੈ ਕਿ CPU is responsible for extracting data from memory and storing data in memory। ਸੋ CPU is responsible। ਸੋ CPU ਦੀ ਰਿਸਪੌਂਸਿਬਿਲਿਟੀ ਹੈ ਕਿ ਜੋ ਵੀ ਐਕਚੁਅਲ 'ਚ ਡਾਟਾ ਟ੍ਰਾਂਸਫਰ ਹੋ ਰਿਹਾ ਹੈ ਉਹ ਕਿਹਨੇ ਕਰਵਾਉਣਾ ਹੈ? CPU ਨੇ। ਸੋ ਇਹਦੀ ਬਲੋਕ ਡਾਇਗਰਾਮ ਹੈ ਇਹ। ਇੱਥੇ ਤੁਹਾਡੀ ਬੁੱਕ 'ਚ ਮਿਸ ਹੈ ਸ਼ਾਇਦ IO ਮੋਡਿਊਲ, ਸੋ ਇੱਥੇ ਐਡ ਕਰ ਲੈਣਾ ਹੈ IO ਮੋਡਿਊਲ। ਸੋ ਇਹਦੇ 'ਚ ਦੋਨਾਂ 'ਚ ਹੁਣ ਫਰਕ ਕੀ ਹੈ? ਪਹਿਲਾਂ CPU ਵੇਟ ਕਰਦਾ ਰਹਿੰਦਾ ਸੀ ਕਿ IO ਡਿਵਾਈਸ ਨੂੰ ਕੰਟੀਨਿਊਸਲੀ ਮੋਨੀਟਰ ਕਰਦਾ ਰਹਿੰਦਾ ਸੀ ਪ੍ਰੋਗਰਾਮਡ IO ਦੇ ਕੇਸ 'ਚ। ਜਦੋਂ ਡਿਵਾਈਸ ਫ੍ਰੀ ਹੁੰਦੀ ਸੀ ਫਿਰ ਉਸ ਤੋਂ ਬਾਅਦ ਡਾਟਾ ਟ੍ਰਾਂਸਫਰ ਹੁੰਦੀ ਸੀ। ਬਟ ਇੱਥੇ ਹੁਣ CPU ਨੇ ਇੱਕ ਵਾਰੀ ਕਮਾਂਡ ਜਨਰੇਟ ਕਰਤੀ, ਉਸ ਤੋਂ ਬਾਅਦ CPU ਆਪਣਾ ਕੰਮ ਕਰ ਰਿਹਾ ਹੈ। ਜਦੋਂ ਹੀ ਡਿਵਾਈਸ ਫ੍ਰੀ ਹੋਊਗੀ ਉਸ ਤੋਂ ਬਾਅਦ ਡਾਟਾ ਟ੍ਰਾਂਸਫਰ ਕਰ ਸਕਦੇ ਹਾਂ। ਬਟ ਜੋ ਐਕਚੁਅਲ 'ਚ ਡਾਟਾ ਟ੍ਰਾਂਸਫਰ ਹੋ ਰਹੀ ਹੈ ਉਹ CPU ਨੇ ਹੀ ਕਰਵਾਉਣੀ ਹੈ। ਸੋ ਇਸ ਤੋਂ ਬਾਅਦ ਨੈਕਸਟ ਲੈਕਚਰ 'ਚ ਆਪਾਂ ਦੇਖਾਂਗੇ ਡਾਇਰੈਕਟ ਮੈਮਰੀ ਐਕਸੈਸ। ਥੈਂਕ ਯੂ।